ਹੈਲੋ एवरीवन ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾरून ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਣਾ ਹਿਸਟਰੀ ਦੇ ਟੌਪ ਮੋਸਟ 500 ਕੁਐਸਚਨ ਜਿਹੜੇ ਕਿ ਵੱਖ-ਵੱਖ ਸੋਰਸਿਸ ਤੋਂ ਇਕੱਠੇ ਕੀਤੇ ਹੋਏ ਆ, ਜਿਵੇਂ ਕਿ ਪ੍ਰੀਵੀਅਸ ਈਅਰ ਪੇਪਰ ਆਫ ਦਾ UP PCS, ਬਿਹਾਰ PCS, MP PCS ਅਤੇ ਹੋਰ ਜਿੰਨੇ ਵੀ PCS ਹੈਗੇ ਆ ਉਹਨਾਂ ਤੋਂ ਇਕੱਠੇ ਕੀਤੇ ਹੋਏ ਆ। ਸੋ ਲੈਕਚਰ ਦੇ ਨਾਲ ਬਣੇ ਰਹਿਣਾ ਐਂਡ ਤੱਕ। CBC ਐਗਜ਼ਾਮ ਗੁਰੂ ਐਪ ਨੂੰ ਡਾਊਨਲੋਡ ਕਰ ਲੈਣਾ ਕਿਉਂਕਿ ਤੁਹਾਨੂੰ ਇੱਥੇ ਡਿਵਰਸ ਬੈਨੀਫਿਟਸ ਵੇਖਣ ਨੂੰ ਮਿਲ ਸਕਦੇ, ਜਿਵੇਂ ਕਿ ਪ੍ਰੀਵੀਅਸ ਈਅਰ ਪੇਪਰਸ ਵੱਖ-ਵੱਖ ਜਿਹੜੇ ਆਪਣੇ, ਜਿਵੇਂ ਕਿ ਪਟਵਾਰੀ ਦੇ ਪ੍ਰੀਵੀਅਸ ਈਅਰ ਪੇਪਰ ਨੂੰ ਤੁਹਾਨੂੰ ਮਿਲ ਜਾਣਗੇ, PCS ਦੇ ਪ੍ਰੀਵੀਅਸ ਈਅਰ ਜਾਂ ਜਿੰਨੇ ਵੀ ਹੋਰ ਵੀ ਪ੍ਰੀਵੀਅਸ ਈਅਰ ਪੇਪਰਸ ਮਿਲ ਜਾਣਗੇ ਤੁਹਾਨੂੰ, ਕਰੰਟ ਅਫੇਅਰਸ ਮਿਲ ਜਾਣਗੇ, ਅਪਡੇਟਿਡ ਕਰੰਟ ਅਫੇਅਰਸ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ CBC ਐਗਜ਼ਾਮ ਗੁਰੂ ਐਪ 'ਤੇ ਅਵੇਲੇਬਲ ਹੋ ਜਾਣਗੀਆਂ। ਸੋ ਜਾ ਕੇ ਜ਼ਰੂਰ ਵੇਖੋ ਤੁਸੀਂ CBC ਐਗਜ਼ਾਮ ਗੁਰੂ ਐਪ 'ਤੇ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ, ਅਤੇ ਆਪਣੇ ਬੈਨੀਫਿਟਸ ਉਠਾਓ ਇਹਨਾਂ ਚੀਜ਼ਾਂ ਦੇ। ਜਿਵੇਂ ਕਿ ਤੁਸੀਂ YouTube 'ਤੇ ਵੀ ਹੁਣ ਬੈਨੀਫਿਟਸ ਬਹੁਤ ਹੀ ਵਧੀਆ ਤੁਹਾਨੂੰ ਲੈਕਚਰਸ ਪ੍ਰੋਵਾਈਡ ਕਰ ਰਹੇ ਹਾਂ ਹਿਸਟਰੀ ਦੇ ਵਿੱਚ, ਪੋਲਿਟੀ ਦੇ ਵਿੱਚ, ਅਤੇ ਆਪਾਂ ਅੱਗੇ ਹੋਰ ਵੀ ਸਬਜੈਕਟ ਲੈ ਕੇ ਆਵਾਂਗੇ ਜਿਵੇਂ ਕਿ ਸਾਇੰਸ, ਜੋਗਰਾਫੀ। ਤਾਂ ਇਸੇ ਤਰ੍ਹਾਂ ਉੱਥੋਂ ਵੀ ਤੁਸੀਂ ਬੈਨੀਫਿਟ ਉਠਾ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ ਹੈਗਾ ਟੌਪ 500 ਹਿਸਟਰੀ ਕੁਐਸਚਨਸ। ਸੋ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ARNTANEJ07 'ਤੇ, ਅਤੇ ਆਪਣੀ ਜਿਹੜੀਆਂ ਕਿਊਰੀਜ਼ ਹੈਗੀਆਂ ਤੁਸੀਂ ਪੁੱਛ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਹੂ ਵਾਜ਼ ਦਾ ਫਸਟ ਇੰਡੀਅਨ ਨੇਟਿਵ ਰੂਲਰ ਟੂ ਅਸੈਪਟ ਦਾ ਸਿਸਟਮ ਆਫ ਸਬਸਿਡਰੀ ਅਲਾਇੰਸ। ਸੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਅਤੇ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ, ਜਿਵੇਂ ਮੈਂ ਆਲਰੇਡੀ ਦੱਸ ਚੁੱਕਿਆ ਵੀ ਸਾਰੇ ਐਗਜ਼ਾਮ ਦੇ ਪੁੱਛੇ ਹੋਏ ਕੁਐਸਚਨ ਹੈਗੇ ਆ ਅਤੇ ਬਹੁਤ ਹੀ ਸਟੈਂਡਰਡ ਕੁਐਸਚਨਸ ਹੈਗੇ ਆ। ਸੋ ਪਹਿਲਾ ਕਿਹੜਾ ਰਾਜਾ ਸੀਗਾ ਜਿਹਨੇ ਸਬਸਿਡਰੀ ਅਲਾਇੰਸ ਦਾ ਸਿਸਟਮ ਨੂੰ ਫੋਲੋ ਕੀਤਾ ਸੀਗਾ? ਜੇ ਤੁਸੀਂ ਲਾਸਟ ਲੈਕਚਰ ਵੇਖਿਆ ਹੋਊਗਾ ਤਾਂ ਤੁਹਾਨੂੰ ਪਤਾ ਹੋਊਗਾ ਵੀ ਸਬਸਿਡਰੀ ਅਲਾਇੰਸ ਕੀ ਹੁੰਦਾ ਹੈ। ਸਬਸਿਡਰੀ ਅਲਾਇੰਸ ਇਹ ਹੁੰਦਾ ਵੀ ਬ੍ਰਿਟਿਸ਼ ਗੌਰਮੈਂਟ ਦੇ ਅਧੀਨ ਹੋ ਜਾਣਾ। ਬਹੁਤ ਸਾਰੇ ਰਾਜੇ ਇਹੋ ਜਿਹੇ ਸੀਗੇ ਜੋ ਬ੍ਰਿਟਿਸ਼ ਗੌਰਮੈਂਟ ਦੇ ਅਧੀਨ ਹੋ ਗਏ ਸੀਗੇ। ਇਹਦੇ ਵਿੱਚ ਹੁੰਦਾ ਕੀ ਸੀਗਾ, ਜਿਹੜੇ ਰਾਜੇ ਹੁੰਦੇ ਸੀਗੇ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕਿਹਾ ਜਾਂਦਾ ਸੀ ਵੀ ਹਾਂ ਜਿਹੜੀ ਤੁਹਾਡੀ ਪਾਵਰ ਹੈਗੀ ਸਾਨੂੰ ਸਬਮਿਟ ਕਰ ਦਿਓ, ਅਸੀਂ ਤੁਹਾਡੀ ਪ੍ਰੋਟੈਕਸ਼ਨ ਕਰਾਂਗੇ, ਸਾਰੇ ਦੇ ਸਾਰੇ ਸਾਰਾ ਕੰਮ ਕਰਾਂਗੇ, ਪਰ ਤੁਸੀਂ ਕੀ ਕਰਨਾ, ਜਿਹੜੀ ਸਾਡੀ ਆਰਮੀ ਹੈਗੀ ਹੈ ਉਹ ਤੁਸੀਂ ਆਪਣੇ ਕੋਲ ਠਹਿਰਾਉਣੀ ਹੈ, ਹੋਰ ਕੁਛ ਨਹੀਂ ਕਰਨਾ ਸੀ। ਨਾ ਕੋਈ ਤੁਹਾਡੇ ਕੋਲੋਂ ਰੈਂਟ ਲਿਆ ਜਾਊਗਾ ਨਾ ਕੁਛ ਹੋਰ। ਜਿਹੜੀ ਆਰਮੀ ਤੁਹਾਡੇ ਕੋਲ ਅਸੀਂ ਠਹਿਰਾਵਾਂਗੇ ਉਹਨਾਂ ਦਾ ਜਿਹੜਾ ਖਰਚਾ ਹੈਗਾ ਬਸ ਤੁਸੀਂ ਉਹ ਚੱਕਣਾ, ਹੋਰ ਕੁਛ ਨਹੀਂ ਕਰਨਾ। ਬਾਕੀ ਜਿਹੜੇ ਤੁਹਾਡੇ ਫੋਰਨ ਅਫੇਅਰਸ ਹੈਗੇ ਉਹ ਵੀ ਅਸੀਂ ਸਾਂਭਾਂਗੇ। ਇੱਕ ਤਰ੍ਹਾਂ ਦਾ ਗੁਲਾਮ ਬਣਾ ਲਿਆ ਸੀਗਾ ਸਬਸਿਡਰੀ ਅਲਾਇੰਸ ਨੇ, ਠੀਕ ਹੈ ਜੀ। ਅਤੇ ਜਿਹੜੇ ਉੱਥੋਂ ਦੇ ਰਾਜੇ ਸੀਗੇ ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਅਗਰ ਅਸੀਂ ਸਬਸਿਡਰੀ ਅਲਾਇੰਸ ਦੇ ਅੰਡਰ ਚਲੇ ਜਾਈਏ ਤਾਂ ਜਿਹੜੀ ਪ੍ਰੋਟੈਕਸ਼ਨ ਹੈ ਸਾਡੀ ਵੱਧ ਜੂਗੀ, ਸਾਨੂੰ ਕੋਈ ਐਵੇਂ ਤੰਗ ਨਹੀਂ ਕਰੂਗਾ, ਐਵੇਂ ਪਰੇਸ਼ਾਨ ਨਹੀਂ ਕਰੂਗਾ, ਠੀਕ ਹੈ ਜੀ। ਜਿਵੇਂ ਆਪਣੇ ਫਿਲਮਾਂ 'ਚ ਨਹੀਂ ਵੇਖਿਆ, ਆਪਣੇ ਹਫਤਾ ਵਸੂਲ ਕਰਨ ਆਉਂਦੇ ਆ, ਠੀਕ ਹੈ ਜੀ। ਤਾਂ ਹਫਤਾ ਕਿਉਂ ਵਸੂਲ ਕੀਤਾ ਜਾਂਦਾ? ਕਿਉਂਕਿ ਤੁਹਾਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੇ ਆ। ਇਸੇ ਤਰ੍ਹਾਂ ਅੰਗਰੇਜ਼ ਸੀਗੇ, ਉਹਨਾਂ ਕੋਲੋਂ ਪੈਸੇ ਲੈਂਦੇ ਸੀਗੇ ਜਾਂ ਉਹਨਾਂ ਦੀ ਜਿਹੜੀ ਆਰਮੀ ਸੀਗੀ ਉਹਨਾਂ ਨੂੰ ਛੱਡਦੇ ਸੀਗੇ, ਆਰਮੀ ਦੇ ਜਿਹੜਾ ਖਰਚਾ ਉਹ ਚੱਕਦੇ ਹੁੰਦੇ ਸੀਗੇ, ਰਾਜੇ ਚੱਕਦੇ ਹੁੰਦੇ ਸੀਗੇ। ਅਤੇ ਸਾਰਾ ਦਾ ਸਾਰਾ ਜਿਹੜਾ ਉਹਨੂੰ ਕੀ ਮਤਲਬ ਬੈਨੀਫਿਟਸ ਕੀ ਮਿਲਦੇ ਹੁੰਦੇ ਸੀਗੇ ਸਬਸਿਡਰੀ ਅਲਾਇੰਸ ਦੇ ਰਾਜਿਆਂ ਨੂੰ ਇੱਕ ਤਰ੍ਹਾਂ ਦੀ ਪ੍ਰੋਟੈਕਸ਼ਨ ਮਿਲਦੀ ਹੁੰਦੀ ਸੀਗੀ ਬ੍ਰਿਟਿਸ਼ ਗੌਰਮੈਂਟ ਕੋਲੋਂ, ਕਿਉਂਕਿ ਇੱਕ ਤਰ੍ਹਾਂ ਦੀ ਪਾਵਰਫੁਲ ਜਿਹੜੀ ਐਂਟਿਟੀ ਬਣ ਗਈ ਸੀਗੀ ਬ੍ਰਿਟਿਸ਼ ਗੌਰਮੈਂਟ ਉਸ ਟਾਈਮ 'ਤੇ। ਤਾਂ ਉਹਨਾਂ ਤੋਂ ਪ੍ਰੋਟੈਕਸ਼ਨ ਮਿਲਦੀ ਸੀਗੀ ਵੀ ਹਾਂ ਸਾਡੇ ਖਿਲਾਫ ਕੋਈ ਵੀ ਯੁੱਧ ਕਰੂਗਾ ਤਾਂ ਬ੍ਰਿਟੇਨ ਸਾਡੇ ਨਾਲ ਖੜ੍ਹਾ ਹੈ, ਠੀਕ ਹੈ ਜੀ। ਤੋ ਜਿਹੜਾ ਪਹਿਲਾ ਬੰਦਾ ਸੀਗਾ, ਜਿਹੜਾ ਪਹਿਲਾ ਨੇਟਿਵ ਰੂਲਰ ਸੀਗਾ ਜਿਹਨੇ ਸਬਸਿਡਰੀ ਅਲਾਇੰਸ ਦੇ ਸਿਸਟਮ ਨੂੰ ਅਸੈਪਟ ਕੀਤਾ ਸੀਗਾ, ਉਹਦਾ ਆਨਸਰ ਹੈਗਾ ਨਿਜ਼ਾਮ ਆਫ ਹੈਦਰਾਬਾਦ, ਠੀਕ ਹੈ ਜੀ। ਅਤੇ ਇਹ ਇੰਟਰੋਡਿਊਸ ਕਿਹਨੇ ਕੀਤਾ ਸੀ ਸਬਸਿਡਰੀ ਅਲਾਇੰਸ ਦਾ ਸਿਸਟਮ? ਲੋਰਡ ਵੈਸਲੇ ਨੇ। ਬਹੁਤ ਹੀ ਇੰਪੋਰਟੈਂਟ ਹੈਗਾ, ਇਹਨੂੰ ਤੁਸੀਂ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ, ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਦ ਰਿਵੋਲਟ ਆਫ ਦਾ ਵਿਲੋਰ ਓਕਰ ਡਿਊਰਿੰਗ ਦਾ ਰਿਜ਼ਾਈਮ ਆਫ ਦਾ ਵਿਚ ਗਵਰਨਰ। ਵਿਲੋਰ ਮਿਊਟੀਨੀ ਹੋਈ ਸੀਗੀ 1806 ਈਸਵੀ ਦੇ ਵਿੱਚ। ਤਾਂ ਕਿਹੜੇ ਗਵਰਨਰ ਜਨਰਲ ਦੇ ਦੌਰਾਨ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਸਰ ਜੋਰਜ ਬਾਰਲੋ ਦੇ ਟਾਈਮ 'ਤੇ ਹੋਈ ਸੀਗੀ ਵਿਲੋਰ ਮਿਊਟੀਨੀ। ਇਹ ਮਤਲਬ ਕੁਝ ਸੈਨਿਕ ਸੀਗੇ, ਉਹਨਾਂ ਦੁਆਰਾ ਜਿਹੜੀ ਸਰਕਾਰ ਸੀਗੀ ਉਹਦੇ ਅਗੇਂਸਟ ਰੋਸ਼ ਕੀਤਾ ਗਿਆ ਸੀ, ਜਾਂ ਕਹਿ ਸਕਦੇ ਆ ਐਜੀਟੇਸ਼ਨ ਕੀਤੀ ਗਈ ਸੀ, ਤਾਂ ਉਹਨੂੰ ਕਿਹਾ ਗਿਆ ਹੈ ਵਿਲੋਰ ਮਿਊਟੀਨੀ। ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਹੂ ਅਮੰਗ ਆਫ ਦਾ ਫੋਲੋਇੰਗ ਐਸੋਸੀਏਟਿਡ ਵਿਦ ਦਾ ਸਪਰੈਸ਼ਨ ਆਫ ਠੱਗਸ। ਸੋ ਠੱਗਸ ਨੂੰ ਕਿਹਨੇ ਸਪਰੈਸ ਕੀਤਾ ਸੀ? ਐਕਸਟ੍ਰੀਮਲੀ ਇੰਪੋਰਟੈਂਟ ਕੁਐਸਚਨ ਹੈਗਾ ਅਤੇ ਬਹੁਤ ਹੀ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ। ਜਿਹੜਾ ਹੁਣ ਬਿਹਾਰ ਦਾ PCS ਹੋਇਆ ਸੀਗਾ 2019 ਦੇ ਵਿੱਚ, ਉਹਦੇ ਵਿੱਚ ਸਿਮਿਲਰ ਕੁਐਸਚਨ ਆਇਆ ਸੀਗਾ ਵੀ ਠੱਗੀ ਕਿਹਨੇ ਸਪਰੈਸ ਕੀਤੀ ਹੈ? ਤਾਂ ਆਪਣਾ ਆਨਸਰ ਆ ਜਾਊਗਾ ਕੈਪਟਨ ਸਿਲੇਮਨ ਨੇ ਠੱਗੀ ਨੂੰ ਸਪਰੈਸ ਕੀਤਾ। ਐਕਸਟ੍ਰੀਮਲੀ ਇੰਪੋਰਟੈਂਟ ਕੁਐਸਚਨ ਹੈਗਾ, ਤੁਸੀਂ ਇਹਨੂੰ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ, ਆਪਣੀ ਕਾਪੀ 'ਤੇ ਲਿਖ ਵੀ ਸਕਦੇ ਹੋ। ਬਾਕੀ ਜਿਹੜਾ ਸਾਡਾ ਜਿਹੜਾ ਟੈਲੀਗ੍ਰਾਮ ਚੈਨਲ ਹੈਗਾ ਉਹਨੂੰ ਜੁਆਇਨ ਕਰ ਸਕਦੇ ਹੋ ਅਤੇ ਤੁਸੀਂ ਉੱਥੋਂ ਨੋਟਸ ਵੀ ਲੈ ਸਕਦੇ ਹੋ। ਅਤੇ ਜਿਹੜੇ ਕੈਪਟਨ ਸੀਗੇ, ਕੈਪਟਨ ਸਿਲੇਮਨ, ਉਹਨਾਂ ਨੇ ਠੱਗੀ ਨੂੰ ਸਪਰੈਸ ਕੀਤਾ ਸੀਗਾ ਡਿਊਰਿੰਗ ਦੀ ਟਾਈਮ ਆਫ ਵਿਲੀਅਮ ਬੈਂਟਿਕ। ਸੋ ਤੁਸੀਂ ਗਵਰਨਰ ਜਨਰਲ ਨੂੰ ਵੀ ਯਾਦ ਰੱਖਣਾ, ਕਿਉਂਕਿ ਗਵਰਨਰ ਜਨਰਲ ਵੀ ਕਈ ਵਾਰੀ ਪੁੱਛਿਆ ਹੋਇਆ ਹੈਗਾ ਵੀ
ਕਿਹੜੇ ਗਵਰਨਰ ਜਨਰਲ ਦੇ ਦੌਰਾਨ ਜਿਹੜੀ ਠੱਗੀ ਹੈਗੀ ਹੈ ਸਪਰੈਸ ਕੀਤੀ ਗਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਵਿਲੀਅਮ ਬੈਂਟਿੰਗ ਦੇ ਦੌਰਾਨ। ਪਰਟੀਕੂਲਰ ਕਿਹੜੇ ਪਰਸਨ ਨੇ ਠੱਗੀ ਨੂੰ ਸਪਰੈਸ ਕੀਤਾ ਸੀ? ਤਾਂ ਆਪਣਾ ਆਨਸਰ ਆ ਜਾਊਗਾ ਕੈਪਟਨ ਸਲੀਮਨ ਨੇ ਸਪਰੈਸ ਕੀਤਾ ਸੀ ਠੱਗੀ ਨੂੰ। ਠੀਕ ਹੈ ਜੀ। ਸਤੀ ਸਿਸਟਮ ਵਾਸ ਅਬੋਲਿਸ਼ਡ ਬਾਏ ਦਾ, ਸਤੀ ਸਿਸਟਮ ਕਿਹਨੇ ਅਬੋਲਿਸ਼ ਕੀਤਾ ਸੀ? ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਵਿਲੀਅਮ ਬੈਂਟਿਕ ਨੇ ਸਤੀ ਸਿਸਟਮ ਅਬੋਲਿਸ਼ ਕੀਤਾ ਸੀਗਾ ਔਨ ਦੀ ਡਿਮਾਂਡ ਆਫ ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ ਵਾਜ਼ ਵਨ ਆਫ ਦਾ ਪ੍ਰੋਮੀਨੈਂਟ ਲੀਡਰ ਆਫ ਆਵਰ ਇੰਡੀਆ, ਜਿਹਨੇ ਪਰਸ਼ੂ ਕੀਤਾ ਸੀ ਵੀ ਹਾਂ ਸਤੀ ਨੂੰ ਬੈਨ ਕਰ ਦੇਣਾ ਚਾਹੀਦਾ। ਸੋ ਰਿਨੈਂਸਾ ਦਾ ਫਾਦਰ ਵੀ ਕਿਹਾ ਜਾਂਦਾ, ਇੰਡੀਆ ਰਿਨੈਂਸਾ ਦਾ ਫਾਦਰ ਵੀ ਕਿਹਾ ਜਾਂਦਾ ਰਾਜਾ ਰਾਮ ਮੋਹਨ ਰਾਏ ਨੂੰ। ਬਹੁਤ ਹੀ ਐਕਸਟ੍ਰੀਮਲੀ ਇੰਪੋਰਟੈਂਟ ਪਰਸਨੈਲਿਟੀ ਹੈਗੀ ਇੰਡੀਆ ਦੇ ਵਿੱਚ, ਜਿਨ੍ਹਾਂ ਨੇ ਸੋਸ਼ਲ ਰਿਫੋਰਮਸ ਮੂਵਮੈਂਟ ਨੂੰ ਸਟਾਰਟ ਕੀਤੀ ਆ, ਬ੍ਰਹਮੋ ਸਮਾਜ ਦੀ ਫਾਊਂਡੇਸ਼ਨ ਰੱਖੀ 1828 ਈਸਵੀ ਦੇ ਵਿੱਚ, ਉਹਨਾਂ ਨੂੰ ਕਿਹਾ ਜਾਂਦਾ ਰਾਜਾ ਰਾਮ ਮੋਹਨ ਰਾਏ। ਸੋ ਕੱਲ੍ਹ ਨੂੰ ਆਪਾਂ ਨੂੰ ਇਹ ਵੀ ਪੁੱਛਿਆ ਜਾਂਦਾ ਵੀ ਕਿਹੜਾ ਇਹੋ ਜਿਹਾ ਪਰਸਨ ਸੀ ਜਿਹਦੇ ਕਹੇ 'ਤੇ ਜਾਂ ਕਿਹਦੀ ਪਰਸ਼ੂਐਂਸ 'ਤੇ ਵਿਲੀਅਮ ਬੈਂਟਿਕ ਨੇ ਜਿਹੜੀ ਸਤੀ ਸਿਸਟਮ ਨੂੰ ਬੈਨ ਕੀਤਾ ਜਾਂ ਖ਼ਤਮ ਕੀਤਾ? ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਰਾਜਾ ਰਾਮ ਮੋਹਨ ਰਾਏ ਦੇ ਕਹਿਣ 'ਤੇ ਜਾਂ ਉਹਨਾਂ ਦੀ ਡਿਮਾਂਡ 'ਤੇ ਜਾਂ ਉਹਨਾਂ ਦੀ ਪਰਸ਼ੂਐਂਸ 'ਤੇ ਵਿਲੀਅਮ ਬੈਂਟਿਕ ਨੇ ਸਤੀ ਸਿਸਟਮ ਨੂੰ ਬੈਨ ਕੀਤਾ। ਠੀਕ ਹੈ ਜੀ। ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਅਵਧ ਵਾਜ਼ ਅਨੈਕਸਡ ਟੂ ਦਾ ਬ੍ਰਿਟਿਸ਼ ਇੰਪਾਇਰ ਇਨ ਇੰਡੀਆ ਬਾਏ ਦਾ, ਸੋ ਬਹੁਤ ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ। ਅਵਧ ਦੀ ਐਨੈਕਸੇਸ਼ਨ ਇੱਕ ਵਨ ਆਫ ਦੀ ਬਿਗੈਸਟ ਕਾਰਨ ਹੈਗਾ ਜਿਹਦੇ ਕਰਕੇ ਆਪਣਾ ਰਿਵੋਲਟ ਆਫ 1857 ਹੋਇਆ। ਠੀਕ ਹੈ ਜੀ। ਕਿਸ ਗਰਾਊਂਡਸ 'ਤੇ ਅਵਧ ਨੂੰ ਐਨੈਕਸ ਕੀਤਾ ਗਿਆ ਸੀਗਾ? ਉਹ ਸੀਗਾ ਸਟੇਟ ਆਫ ਮਾਲ ਐਡਮਿਨਿਸਟ੍ਰੇਸ਼ਨ। ਮਾਲ ਐਡਮਿਨਿਸਟ੍ਰੇਸ਼ਨ ਕੀ ਹੁੰਦਾ ਵੀ ਜਿਹੜੀ, ਕਿਉਂਕਿ ਅਵਧ ਕੀ ਸੀਗਾ ਸਬਸਿਡਰੀ ਅਲਾਇੰਸ ਦੇ ਅੰਡਰ ਸੀਗਾ, ਪਰ ਇਹਨੂੰ ਚਲਾ ਤਾਂ ਰਾਜੀ ਰਹੀ ਸੀਗੇ, ਬ੍ਰਿਟਿਸ਼ ਤਾਂ ਨਹੀਂ ਚਲਾ ਰਹੇ ਸੀਗੇ, ਪ੍ਰੋਪਰਲੀ ਐਨੈਕਸ ਤਾਂ ਨਹੀਂ ਕੀਤਾ ਹੋਇਆ ਸੀਗਾ। ਤਾਂ ਜਿਹੜੇ ਰਾਜੇ ਚਲਾ ਰਹੇ ਸੀਗੇ ਤਾਂ ਉਹ ਮਤਲਬ ਉਹਨਾਂ ਉੱਤੇ ਐਲੀਗੇਸ਼ਨ ਲਾਈ ਗਈ ਵੀ ਤੁਸੀਂ ਪ੍ਰੋਪਰ ਢੰਗ ਦੇ ਨਾਲ ਨਹੀਂ ਚਲਾ ਰਹੇ ਅਵਧ ਨੂੰ, ਢੰਗ ਦੇ ਨਾਲ ਚਲਾਓ ਇਹਨੂੰ ਅਵਧ ਨੂੰ। ਅਤੇ ਬਹੁਤ ਸਾਰੀ ਵਾਰਨਿੰਗ ਵੀ ਦਿੱਤੀਆਂ ਗਈਆਂ ਸੀਗੀਆਂ, ਪਰ ਉਹ ਮਤਲਬ ਉਹਨਾਂ ਨੂੰ ਲੱਗਦਾ ਸੀਗਾ ਇੱਕ ਤਰ੍ਹਾਂ ਦੀ ਫਾਰਮਲ ਵਾਰਨਿੰਗ ਦਿੱਤੀਆਂ ਗਈਆਂ ਸੀ। ਉਹਨਾਂ ਦਾ ਮੇਨ ਮੋਟਿਵ ਹੀ ਸੀ ਬ੍ਰਿਟੇਨ ਦਾ ਇਹੀ ਸੀਗਾ ਵੀ ਐਨੈਕਸ ਕਰਨਾ। ਐਨੈਕਸ ਦਾ ਮਤਲਬ ਕੀ ਹੁੰਦਾ? ਪ੍ਰੋਪਰ ਰਾਜ ਕਰਨਾ ਉਹਦੇ ਉੱਤੇ। ਠੀਕ ਹੈ। ਤਾਂ ਅਵਧ ਉੱਤੇ ਐਲੀਗੇਸ਼ਨ ਲਾਈ ਗਈ ਵੀ ਜਿਹੜੀ ਤੁਹਾਡੀ ਸਰਕਾਰ ਹੈਗੀ ਹੈ ਸਾਡੇ ਕਾਨੂੰਨਾਂ ਦੇ ਅਕੋਰਡਿੰਗ ਨਹੀਂ ਚੱਲ ਰਹੀ, ਤਾਂ ਉਹਨਾਂ ਨੇ ਐਨੈਕਸ ਕਰ ਲਿਆ ਅਵਧ ਨੂੰ। ਸੋ ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਅਵਧ ਨੂੰ ਕਿਸ ਗਰਾਊਂਡਸ 'ਤੇ ਐਨੈਕਸ ਕੀਤਾ ਗਿਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਮਾਲ ਐਡਮਿਨਿਸਟ੍ਰੇਸ਼ਨ ਦੇ ਗਰਾਊਂਡਸ 'ਤੇ ਅਵਧ ਨੂੰ ਐਨੈਕਸ ਕੀਤਾ ਗਿਆ ਸੀਗਾ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ। ਅਤੇ ਅਵਧ ਨੂੰ ਅਨੈਕਸ ਕੀਤਾ ਕਿਹਨੇ ਸੀਗਾ? ਅਵਧ ਨੂੰ ਅਨੈਕਸ ਕੀਤਾ ਸੀਗਾ ਲਾਰਡ ਡਲਹੌਜ਼ੀ ਨੇ। ਲਾਰਡ ਡਲਹੌਜ਼ੀ ਵਨ ਆਫ ਦਾ ਐਕਸਪੈਂਸ਼ਨਿਸਟ ਸੀਗੇ। ਐਕਸਪੈਂਸ਼ਨਿਸਟ ਕੌਣ ਹੁੰਦੇ ਹੈ? ਜੋ ਆਪਣਾ ਰਾਜ ਜਿਹੜਾ ਵਧਾਉਣਾ ਚਾਹੁੰਦੇ ਸੀਗੇ। ਬਹੁਤ ਸਾਰੇ ਜਿਹੜੇ ਰਾਜ ਸੀਗੇ ਜਿਨ੍ਹਾਂ ਨੂੰ ਅਨੈਕਸ ਕੀਤਾ, ਜਿਵੇਂ ਕਿ ਸਤਰਾ, ਝਾਂਸੀ, ਰਾਣੀ ਝਾਂਸੀ ਜਿਹੜੀ ਆਪਣਾ ਪੜ੍ਹਦੇ ਹੁੰਦੇ ਆ, ਉਹਨਾਂ ਨੂੰ ਵੀ ਲਾਰਡ ਡਲਹੌਜ਼ੀ ਨੇ ਅਨੈਕਸ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਪੋਲਿਸੀ ਸੀਗੀਆਂ ਐਕਸਪੈਂਸ਼ਨਿਸਟ ਪੋਲਿਸੀ ਸੀਗੀਆਂ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਵਿਚ ਆਫ ਦਾ ਫੋਲੋਇੰਗ ਵਾਜ਼ ਦਾ ਫਸਟ ਵਿਕਟਿਮ ਆਫ ਦਾ ਲਾਰਡ ਡਲਹੌਜ਼ੀ ਪੋਲਿਸੀ ਆਫ ਦਾ ਡਾਕਟ੍ਰਿਨ ਆਫ ਲੈਪਸ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ। ਡਾਕਟ੍ਰਿਨ ਆਫ ਲੈਪਸ ਕੀ ਹੁੰਦਾ? ਸਭ ਤੋਂ ਪਹਿਲੀ ਗੱਲ ਇਹ ਹੋ ਜਾਂਦੀ ਹੈ ਡਾਕਟ੍ਰਿਨ ਆਫ ਲੈਪਸ ਕੀ ਹੁੰਦਾ? ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੁੰਦਾ ਉਸ ਚੀਜ਼ ਨੂੰ ਕਿਹਾ ਜਾਂਦਾ ਡਾਕਟ੍ਰਿਨ ਆਫ ਲੈਪਸ। ਠੀਕ ਹੈ ਜੀ। ਜਦੋਂ ਲਾਰਡ ਡਲਹੌਜ਼ੀ ਨੇ ਪੋਲਿਸੀ ਬਣਾਈ ਵੀ ਕਿਸੇ ਵੀ ਰਾਜੇ ਦਾ ਜਾਂ ਰਾਣੀ ਦਾ ਕੋਈ ਵਾਰਿਸ ਹੈ ਨਹੀਂ ਗਾ ਅੱਗੇ ਵਾਲਾ, ਵਾਰਿਸ ਇਨ ਦਾ ਸੈਂਸ ਨਾ ਉਹਦੇ ਕੋਲ ਕੋਈ ਮੁੰਡਾ ਹੈਗਾ ਨਾ ਕੁੜੀ ਹੈਗੀ ਹੈ, ਤਾਂ ਉਹਦਾ ਕੀ ਕੀਤਾ ਜਾਊਗਾ? ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੇ ਸਕਦਾ। ਠੀਕ ਹੈ। ਉਹ ਕੀ ਹੋਊਗਾ? ਉਹਨੂੰ ਬ੍ਰਿਟਿਸ਼ ਗੌਰਮੈਂਟ ਦੀ ਮਨਜ਼ੂਰੀ ਲੈਣੀ ਪਊਗੀ, ਹਾਂ ਮੈਂ ਰਿਸ਼ਤੇਦਾਰ ਨੂੰ ਦੇ ਦਾਂ ਜਾਂ ਨਾ ਦੇਵਾਂ। ਅਗਰ ਬ੍ਰਿਟਿਸ਼ ਗੌਰਮੈਂਟ ਕਹੂਗੀ ਵੀ ਨਹੀਂ ਦੇਣੀ ਤਾਂ ਉਹ ਆਪਣੇ ਅਧੀਨ ਕਰ ਲੂਗੀ, ਉਹ ਰਾਜ ਨੂੰ ਨੱਪ ਲਿਆ ਜਾਊਗਾ ਜਿਹਦਾ ਕੋਈ ਅੱਗੇ ਵਾਰਿਸ ਨਹੀਂ ਹੋਊਗਾ। ਝਾਂਸੀ ਦੀ ਰਾਣੀ ਨਾਲ ਵੀ ਐਵੇਂ ਹੀ ਹੋਇਆ ਸੀਗਾ, ਉਹਦੇ ਕੋਈ ਵਾਰਿਸ ਨਹੀਂ ਹੈਗਾ ਸੀਗਾ। ਤਾਂ ਇਸ ਚੀਜ਼ ਨੂੰ ਕਿਹਾ ਜਾਂਦਾ ਡਾਕਟ੍ਰਿਨ ਆਫ ਲੈਪਸ। ਸੋ ਪਹਿਲਾ ਰਾਜ ਹੈਗਾ ਜੋ ਡਾਕਟ੍ਰਿਨ ਆਫ ਲੈਪਸ ਦੇ ਅਕੋਰਡਿੰਗ, ਪਹਿਲਾ ਕਿਹੜਾ ਰਾਜ ਹੈਗਾ ਜੋ ਡਾਕਟ੍ਰਿਨ ਆਫ ਲੈਪਸ ਦੇ ਅਕੋਰਡਿੰਗ ਐਨੈਕਸ ਕੀਤਾ ਗਿਆ? ਤਾਂ ਆਪਣਾ ਆਨਸਰ ਆ ਜਾਊਗਾ 17 ਨੂੰ ਡਾਕਟ੍ਰਿਨ ਆਫ ਲੈਪਸ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਐਨੈਕਸ ਕੀਤਾ ਗਿਆ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। 17 ਤੋਂ ਬਾਅਦ ਕੀਤਾ ਗਿਆ ਸੰਬਲਪੁਰ ਨੂੰ, ਫਿਰ ਝਾਂਸੀ ਨੂੰ, ਫਿਰ ਇਸ ਤਰ੍ਹਾਂ ਬਹੁਤ ਸਾਰੇ ਹੈਗੇ। ਆਪਾਂ ਨੂੰ ਸਿਰਫ 3 ਜਿਹੜੇ ਪਹਿਲੇ ਹੋਏ ਐਕਸਟ੍ਰੀਮਲੀ ਇੰਪੋਰਟੈਂਟ ਉਹ ਆਪਾਂ ਨੂੰ ਪੜ੍ਹਨੇ ਆਪਾਂ। 17 ਸੰਬਲਪੁਰ, ਫਿਰ ਉਸ ਤੋਂ ਬਾਅਦ ਝਾਂਸੀ ਨੂੰ ਅਨੈਕਸ ਕੀਤਾ ਗਿਆ। ਸੋ ਇਹਨਾਂ ਦਾ ਕਰੋਨੋਲੋਜੀਕਲ ਆਰਡਰ ਵੀ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ। ਆਪਾਂ ਨੂੰ 3 ਦੇ ਦਿੱਤੇ ਜਾਂਦੇ ਆ। ਸਭ ਤੋਂ ਆਪਾਂ ਨੂੰ ਪਹਿਲਾਂ ਪੁੱਛ ਲਿਆ ਜਾਂਦਾ ਪਹਿਲਾਂ ਕਿਹੜਾ, ਬਾਅਦ 'ਚ ਕਿਹੜਾ। ਸਭ ਤੋਂ ਪਹਿਲਾਂ 17, ਫਿਰ ਸੰਬਲਪੁਰ, ਫਿਰ ਝਾਂਸੀ। ਠੀਕ ਹੈ ਜੀ। ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਐਂਗਲੋ ਨੇਪਾਲ ਵਾਰ ਟੁੱਕ ਪਲੇਸ ਡਿਊਰਿੰਗ ਦਾ ਰਿਆਈਨ ਆਫ ਲਾਰਡ ਹੈਸਟਿੰਗ। ਸੋ ਐਂਗਲੋ ਨੇਪਾਲ ਵਾਰ ਕਿਹੜੇ ਰਾਜੇ ਦੇ ਦੌਰਾਨ ਹੋਇਆ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਹੈਸਟਿੰਗ ਦੇ ਦੌਰਾਨ। ਤੇ ਐਂਗਲੋ
ਨੇਪਾਲ ਵਾਰ ਹੋਇਆ ਸੀਗਾ। ਹੋਰ ਕਿਹੜੇ ਵਾਰ ਹੋਏ ਸੀਗੇ, ਵਾਰ ਹੋਏ ਸੀ ਲੋਰਡ ਹੈਸਟਿੰਗ ਦੇ ਦੌਰਾਨ? ਤਾਂ ਆਪਣਾ ਆਂਸਰ ਆ ਜਾਊਗਾ ਐਂਗਲੋ ਨੇਪਾਲ ਵਾਰ ਹੋਇਆ ਸੀਗਾ ਸਭ ਤੋਂ ਪਹਿਲਾਂ। ਫਿਰ ਹੋਇਆ ਸੀਗਾ ਐਂਗਲੋ ਮਰਾਠਾ ਵਾਰ, ਥਰਡ ਐਂਗਲੋ ਮਰਾਠਾ ਵਾਰ ਹੋਇਆ ਸੀਗਾ ਲੋਰਡ ਹੈਸਟਿੰਗ ਦੇ ਦੌਰਾਨ ਦੇ, ਠੀਕ ਹੈ ਜੀ। ਫਿਰ ਹੋਇਆ ਸੀਗਾ ਇਹਨਾਂ ਦੀ ਪਿੰਡਾਰੀਆਂ ਦੇ ਨਾਲ, ਜਿਹੜਾ ਆਪਾਂ ਮੂਵੀ ਨਹੀਂ ਵੇਖੀ, ਉਹ ਵੀ ਇਹਨਾਂ ਦੇ ਦੌਰਾਨ ਹੀ ਹੋਇਆ ਸੀਗਾ, ਐਂਗਲੋ ਪਿੰਡਾਰੀ ਵਾਰ, ਜੇ ਜਾਂ ਕਹਿ ਸਕਦੇ ਆ ਪਿੰਡਾਰੀਆਂ ਦੇ ਨਾਲ ਜਿਹੜਾ ਇਹਨਾਂ ਨੇ ਇਰੈਡੀਕੇਟ ਕੀਤਾ ਸੀ, ਇਹ ਵੀ ਲੋਰਡ ਹੈਸਟਿੰਗ ਦੇ ਦੌਰਾਨ ਹੋਇਆ ਸੀਗਾ। ਸੋ ਜਿਵੇਂ ਜਦੋਂ ਵੀ ਤੁਸੀਂ ਲੈਕਚਰ ਲਾਉਣਾ ਹੈ ਤਾਂ ਤੁਸੀਂ ਇੱਕ ਰੈੱਡ ਪੈਨ ਅਤੇ ਕਾਪੀ ਆਪਣੇ ਕੋਲ ਰੱਖਣੀ ਹੈ, ਅਤੇ ਤੁਸੀਂ ਜੋ ਚੀਜ਼ਾਂ ਮੈਂ ਐਕਸਟਰਾ ਦੱਸਦਾ ਐਕਸਟ੍ਰੀਮਲੀ ਇੰਪੋਰਟੈਂਟ ਹੁੰਦੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਤੁਸੀਂ ਇਹਨਾਂ ਨੂੰ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ, ਠੀਕ ਹੈ ਜੀ। ਥਰਡ ਐਂਗਲੋ ਮਰਾਠਾ ਵਾਰ ਕਦੋਂ ਹੋਇਆ ਸੀਗਾ? ਉਹ ਵੀ ਲੋਰਡ ਹੈਸਟਿੰਗ ਦੇ ਦੌਰਾਨ ਹੋਇਆ ਸੀ, ਜਿਵੇਂ ਮੈਂ ਤੁਹਾਨੂੰ ਆਲਰੇਡੀ ਵੀ ਹੁਣੇ ਦੱਸੀ ਇਹ ਚੀਜ਼। ਇਹ ਤਿੰਨੇ ਚੀਜ਼ਾਂ ਐਕਸਟ੍ਰੀਮਲੀ ਇੰਪੋਰਟੈਂਟ ਹੈਗੀਆਂ, ਅਤੇ ਇਹ ਤਿੰਨੇ ਵਾਰ ਰਿਜ਼ਲਟ ਕਰਦੇ ਆ ਵੀ ਬ੍ਰਿਟੇਨ ਇੱਕਦਮ ਰਾਜ ਕਰਨ ਲੱਗ ਗਿਆ ਸੀ ਇੰਡੀਆ 'ਤੇ, ਪੂਰੇ ਇੰਡੀਆ 'ਤੇ ਲਗਭਗ ਇਹਨਾਂ 3 ਵਾਰਸ ਤੋਂ ਬਾਅਦ ਬ੍ਰਿਟੇਨ ਦਾ ਰਾਜ ਹੋ ਗਿਆ ਸੀਗਾ, ਠੀਕ ਹੈ ਜੀ। ਮਤਲਬ ਜਿਹੜੀ ਇਹਨਾਂ ਦੀ ਸਬਸਿਡਰੀ ਅਲਾਇੰਸ ਦੀ ਪੋਲਿਸੀ ਸੀ, ਇੱਥੇ ਜਾ ਕੇ ਪੀਕ 'ਤੇ ਆ ਗਈ ਸੀ, ਜਮਾਂ ਪੀਕ 'ਤੇ ਆ ਗਈ ਸੀਗੀ, ਠੀਕ ਹੈ ਜੀ। ਸੋ ਲੋਰਡ ਹੈਸਟਿੰਗ ਵੀ ਵਨ ਆਫ ਦਾ ਜਿਹੜੀ ਇਹਨਾਂ ਦੇ ਕਹਿ ਸਕਦੇ ਐਕਸਪੈਂਸ਼ਨਿਸਟ ਪੋਲਿਸੀ ਇੱਥੋਂ ਸਟਾਰਟ ਹੋ ਜਾਂਦੀ ਹੈ ਇਹਨਾਂ ਦੀ, ਠੀਕ ਹੈ ਜੀ। ਅਤੇ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। The conquest of the Sindh by the British was completed during the period of Lord Ellenborough। ਸੋ ਬਹੁਤ ਹੀ ਇੰਪੋਰਟੈਂਟ ਹੈ ਜਿਹੜਾ ਸਿੰਧ ਦੀ ਇਨੈਕਸੇਸ਼ਨ ਹੈ, ਇੱਕ ਤਰ੍ਹਾਂ ਦੀ ਬਹੁਤ ਹੀ ਕ੍ਰਿਟਿਸਿਜ਼ਮ ਕੀਤਾ ਜਾਂਦਾ ਜਦੋਂ ਸਿੰਧ ਦੀ ਇਨੈਕਸੇਸ਼ਨ ਹੋਈ ਸੀਗੀ, ਕਿਉਂਕਿ ਇਹਨੂੰ ਰਾਈਟਫੁਲ ਨਹੀਂ ਮੰਨਿਆ ਜਾਂਦਾ ਸਿੰਧ ਦੀ ਇਨੈਕਸੇਸ਼ਨ ਨੂੰ, ਕਿਉਂਕਿ ਮਤਲਬ ਇਹਦੇ ਵਿੱਚ ਕੋਈ ਕਾਰਨ ਹੈ ਨਹੀਂ ਸੀਗਾ ਉਹਨੂੰ ਨੈਕਸ ਕਰਨ ਦਾ। ਕਿਉਂ ਕੀਤਾ ਗਿਆ? ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਵੀ ਇਹਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ ਉਹ ਪ੍ਰੋਪਰਲੀ ਨਹੀਂ ਚੱਲ ਰਿਹਾ। ਪਰ ਉਹ ਜਿਹੜੇ ਰੀਜ਼ਨ ਸੀਗੇ ਬਹੁਤ ਹੀ ਵੇਗ ਰੀਜ਼ਨ ਸੀ, ਬਹੁਤ ਹੀ ਗਲਤ ਰੀਜ਼ਨ ਸੀਗੇ। ਸੋ ਬਹੁਤ ਹੀ ਕੰਡੈਮ ਕੀਤਾ ਜਾਂਦਾ ਇਹ ਜਿਹੜੀ ਅਨੈਕਸੇਸ਼ਨ ਹੋਈ ਸੀਗੀ ਸਿੰਧ ਦੀ। ਇਹ ਅਨੈਕਸੇਸ਼ਨ ਕਦੋਂ ਹੋਈ ਸੀਗੀ ਇਹ ਵੀ ਬਹੁਤ ਇੰਪੋਰਟੈਂਟ ਹੈ, 1843 ਦੇ ਵਿੱਚ ਹੋਈ ਸੀਗੀ। ਅਨੈਕਸੇਸ਼ਨ ਆਫ ਸਿੰਧ ਹੀ ਮੇਜਰ ਕਾਰਨ ਹੈ ਐਂਗਲੋ ਸਿੱਖ ਵਾਰ ਦਾ, ਫਸਟ ਸਿੱਖ ਵਾਰ ਦਾ। ਇਹਨਾਂ ਨੇ ਸਿੰਧ ਅਨੈਕਸ ਕਿਉਂ ਕੀਤਾ ਸੀਗਾ? ਪਹਿਲੀ ਗੱਲ ਇਹ ਆ ਜਾਂਦੀ ਹੈ, ਇਹਨਾਂ ਨੇ ਆਪਣੀ ਜਿਹੜੀ ਪ੍ਰਸਟੀਜ ਹੈਗੀ ਆ ਉਹਨੂੰ ਬਚਾਉਣ ਵਾਸਤੇ ਜਿਹੜਾ ਸਿੰਧ ਹੈਗਾ ਅਨੈਕਸ ਕੀਤਾ ਸੀਗਾ, ਕਿਉਂਕਿ ਇਸ ਤੋਂ ਪਹਿਲਾਂ ਹੋਇਆ ਸੀਗਾ ਅਫਗਾਨ ਵਾਰ, ਉਹਦੇ ਵਿੱਚ ਇਹ ਹਾਰ ਗਏ ਸੀਗੇ ਬੁਰੀ ਤਰ੍ਹਾਂ। ਸੋ ਉਹ ਇਹਨਾਂ ਦੀ ਜਿਹੜੀ ਪ੍ਰਸਟੀਜ ਹੈਗੀ ਉਹ ਡਿੱਗ ਗਈ ਸੀਗੀ, ਤਾਂ ਇਹਨਾਂ ਨੇ ਉਹ ਪ੍ਰਸਟੀਜ ਨੂੰ ਅਪਲਿਫਟ ਕਰਨ ਵਾਸਤੇ ਸਿੰਧ ਦੀ ਅਨੈਕਸੇਸ਼ਨ ਕੀਤੀ ਸੀਗੀ। ਸੋ ਇਸ ਜਿਹੜੀ ਅਨੈਕਸੇਸ਼ਨ ਹੈ ਬਹੁਤ ਹੀ ਕੰਡੈਮ ਕੀਤੀ ਗਈ ਸੀ ਸਿੰਧ ਦੀ ਅਨੈਕਸੇਸ਼ਨ, ਅਤੇ 1843 ਦੇ ਵਿੱਚ ਸਿੰਧ ਨੂੰ ਅਨੈਕਸ ਕੀਤਾ ਗਿਆ ਸੀਗਾ। ਇਸ ਨੂੰ ਤੁਸੀਂ ਜਿਵੇਂ ਸੈਕਿੰਡ ਕੁਐਸਚਨ ਆਪਣਾ ਇਹੀ ਹੈਗਾ, ਸਿੰਧ ਵਾਜ਼ ਅਨੈਕਸਡ ਬਾਏ ਦਾ ਬ੍ਰਿਟੇਨ ਇਨ 1843। ਸੋ ਜਿਹੜੀ ਬ੍ਰਿਟੇਨ ਦੀ ਜਿਹੜੀ ਸਿੰਧ ਦੀ ਇਨੈਕਸੇਸ਼ਨ ਹੋਈ ਹੈ ਕਦੋਂ ਹੋਈ ਸੀਗੀ? 1843 ਈਸਵੀ ਦੇ ਵਿੱਚ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਹੈ, ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਦ ਫਸਟ ਰੇਲਵੇ ਇਨ ਇੰਡੀਆ ਵਾਜ਼ ਲੇਡ ਡਾਊਨ ਡਿਊਰਿੰਗ ਦਾ ਪੀਰੀਅਡ ਆਫ। ਜਿਹੜੀ ਆਪਣੀ ਪਹਿਲੀ ਰੇਲਵੇ ਸੀਗੀ ਉਹ ਕਿਹੜੇ ਲੋਰਡ ਦੇ ਦੌਰਾਨ ਲਾਂਚ ਕੀਤੀ ਗਈ ਸੀ, ਜਾਂ ਕਹਿ ਸਕਦੇ ਹਾਂ ਇਸਟੈਬਲਿਸ਼ ਕੀਤੀ ਗਈ ਸੀ? ਤਾਂ ਆਪਣਾ ਆਂਸਰ ਆ ਜਾਊਗਾ ਲੋਰਡ ਡਲਹੌਜ਼ੀ। ਸੋ ਆਲਮੋਸਟ ਬੱਚਿਆਂ ਨੂੰ ਪਤਾ ਹੋਊਗੀ ਇਹ ਚੀਜ਼, ਲੋਰਡ ਡਲਹੌਜ਼ੀ ਸੀਗੇ ਜਿਨ੍ਹਾਂ ਨੇ ਆਪਣੀ ਰੇਲਵੇ ਦੀ ਇਸਟੈਬਲਿਸ਼ਮੈਂਟ ਕੀਤੀ ਸੀਗੀ। ਲੋਰਡ ਡਲਹੌਜ਼ੀ ਦੇ ਪੋਜ਼ੀਟਿਵ ਐਸਪੈਕਟਸ ਵੀ ਬਹੁਤ ਸੀਗੇ ਅਤੇ ਨੈਗੇਟਿਵ ਵੀ ਬਹੁਤ ਸੀਗੇ। ਪੋਜ਼ੀਟਿਵ ਜਿਵੇਂ ਕਿ ਰੇਲਵੇ ਦੀ ਇਸਟੈਬਲਿਸ਼ਮੈਂਟ ਹੋਣਾ, ਇੱਕ ਸੋਸ਼ਲ ਕਲਚਰਲ ਬਿੱਲ ਦਾ ਆਉਣਾ, ਜਾਂ ਕਹਿ ਸਕਦੇ ਹਾਂ ਵੁੱਡ ਡਿਸਪੈਚ ਦਾ ਆਉਣਾ, ਜਿਹੜਾ ਕਿ ਵਨ ਆਫ ਦਾ ਮੈਗਨਾ ਕਾਰਟਾ ਆਫ ਦਾ ਕੌਨਸਟੀਟਿਊਸ਼ਨ ਜਿਹਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਤੇ ਪਬਲਿਕ ਵਰਕ ਡਿਪਾਰਟਮੈਂਟ ਦਾ ਇਸਟੈਬਲਿਸ਼ਮੈਂਟ ਹੋਣਾ। ਸੋ ਬਹੁਤ ਸਾਰੀਆਂ ਪੋਜ਼ੀਟਿਵ ਡਿਵੈਲਪਮੈਂਟ ਵੀ ਸੀਗੀਆਂ ਲੋਰਡ ਡਲਹੌਜ਼ੀ ਦੇ ਆਉਣ ਨਾਲ, ਅਤੇ ਨੈਗੇਟਿਵ ਵੀ ਬਹੁਤ ਜ਼ਿਆਦਾ ਸੀਗੀਆਂ। ਨੈਗੇਟਿਵ ਜਿਵੇਂ ਕਿ ਉਹਨਾਂ ਦੀ ਐਕਸਪੈਂਸ਼ਨਿਸਟ ਪੋਲਿਸੀ, ਮਤਲਬ ਅਨੈਕਸ ਕਰਨ ਦੀ ਪੋਲਿਸੀ, ਵੱਧ ਵਧਾਉਣ ਦੀ ਪੋਲਿਸੀ, ਠੀਕ ਹੈ ਜੀ। ਸੋ ਇਹ ਮਤਲਬ ਬਹੁਤ ਹੀ ਮਿਕਸ ਜਿਹਾ ਕਰੈਕਟਰ ਕਿਹਾ ਜਾਂਦਾ ਲੋਰਡ ਡਲਹੌਜ਼ੀ ਨੂੰ, ਅਤੇ ਵਨ ਆਫ ਦੀ ਕ੍ਰਿਟੀਕਲ ਕਰੈਕਟਰ ਵੀ ਕਿਹਾ ਜਾਂਦਾ ਆਪਣੀ ਹਿਸਟਰੀ ਦੇ ਵਿੱਚ, ਕਿਉਂਕਿ ਉਹਨਾਂ ਦੀ ਜਿਹੜੀਆਂ ਪੋਲਿਸੀਜ਼ ਹੈਗੀਆਂ ਕੁਛ ਤਾਂ ਬਹੁਤ ਜ਼ਿਆਦਾ ਵਧੀਆ ਸੀਗੀਆਂ, ਇੰਡੀਆ ਦੇ ਫੇਵਰ ਦੇ ਵਿੱਚ ਸੀਗੀਆਂ, ਕੁਛ ਇੰਡੀਆ ਦੇ ਬਹੁਤ ਹੀ ਐਕਸਟ੍ਰੀਮਲੀ ਅਗੇਂਸਟ ਸੀਗੀਆਂ। ਜਿਵੇਂ ਕਿ ਤੁਹਾਨੂੰ ਕੁਛ ਪੋਲਿਸੀਜ਼ ਦੱਸੀਆਂ, ਬਾਕੀ ਜਦੋਂ ਆਪਾਂ ਵਰਲਡ ਹਿਸਟਰੀ ਪੜ੍ਹਾਂਗੇ ਤਾਂ ਤੁਹਾਨੂੰ ਸਾਰਾ ਕੁਛ ਪਤਾ ਹੋਊਗਾ। ਦ ਫਸਟ ਰੇਲਵੇ ਲਾਈਨ ਦੈਟ ਵਾਜ਼ ਓਪਨ ਇਨ ਇੰਡੀਆ ਬਿਟਵੀਨ। ਸੋ ਜਿਹੜੀ ਆਪਣੀ ਫਸਟ ਰੇਲਵੇ ਲਾਈਨ ਸੀਗੀ ਉਹ ਕਿਹਨੇ ਸਟਾਰਟ ਕੀਤੀ ਸੀਗੀ, ਮਤਲਬ ਕਿੱਥੋਂ ਤੋਂ ਲੈ ਕੇ ਕਿੱਥੋਂ ਸੀਗੀ? ਇਹ ਸਾਰਿਆਂ ਨੂੰ ਪਤਾ ਹੋਊਗਾ, ਬੰਬੇ ਤੋਂ ਲੈ ਕੇ ਥਾਣੇ ਤੱਕ ਸੀਗੀ ਜਿਹੜੀ ਆਪਣੀ ਪਹਿਲੀ ਰੇਲਵੇ ਲਾਈਨ ਬਣੀ ਸੀਗੀ। ਤੁਹਾਨੂੰ ਇਹ ਵੀ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਜਿਹੜੀ ਆਪਣੀ ਪਹਿਲੀ ਰੇਲਵੇ ਲਾਈਨ ਸੀਗੀ ਉਹ ਇੱਕ ਪ੍ਰਾਈਵੇਟ ਕੰਪਨੀ ਨੇ ਬਣਾਈ ਸੀਗੀ, ਨਾ ਕਿ ਗੌਰਮੈਂਟ ਦੀ ਰੇਲਵੇ ਸੀਗੀ। ਇਹ ਵੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ ਕੁਐਸਚਨ ਵੀ ਜਿਹੜੀ ਆਪਣੀ ਪਹਿਲੀ ਰੇਲਵੇ ਲਾਈਨ ਸੀਗੀ ਉਹ ਗੌਰਮੈਂਟ ਦੀ ਸੀ ਜਾਂ ਪ੍ਰਾਈਵੇਟ ਸੀਗੀ? ਤਾਂ ਪ੍ਰਾਈਵੇਟ ਰੇਲਵੇ ਇਸਟੈਬਲਿਸ਼ਮੈਂਟ ਹੋਈ ਸੀਗੀ ਜਿਹੜੀ ਸਭ ਤੋਂ ਪਹਿਲੀ ਸੀਗੀ, ਠੀਕ ਹੈ। ਫਿਰ ਹੌਲੀ ਹੌਲੀ ਬਾਅਦ 'ਚ ਗੌਰਮੈਂਟ ਨੇ ਐਕਵਾਇਰ ਕਰ ਲਈਆਂ ਸੀ ਚੀਜ਼ਾਂ।
ਜਿਹੜੀ ਪਹਿਲੀ ਰੇਲਵੇ ਲਾਈਨ ਸੀਗੀ ਉਹ ਪ੍ਰਾਈਵੇਟ ਵਜੋਂ ਹੋਈ ਸੀਗੀ। ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਚੱਲੀ ਸੀਗੀ? ਬੰਬੇ ਤੋਂ ਥਾਣੇ ਅਤੇ ਲਾਰਡ ਡਲਹੌਜ਼ੀ ਦੇ ਦੌਰਾਨ, ਠੀਕ ਹੈ 1853 ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ। ਸੋ 1853 ਦੇ ਵਿੱਚ ਉਹ ਸਟਾਰਟ ਹੋਈ ਸੀਗੀ ਜਿਹੜੀ ਪਹਿਲੀ ਰੇਲਵੇ ਸਟੈਬਲਿਸ਼ ਹੋਈ ਸੀਗੀ। ਸੋ ਤੁਸੀਂ ਇੱਥੇ ਰੈੱਡ ਪੈਨ ਦੇ ਨਾਲ ਲਿਖ ਵੀ ਸਕਦੇ ਹੋ, ਆਪਣੀ ਕਾਪੀ 'ਤੇ ਲਿਖ ਸਕਦੇ ਹੋ, ਜਿਵੇਂ ਮੈਂ ਤੁਹਾਨੂੰ ਕਿਹਾ ਕਾਪੀ ਪੈਨ ਲੈ ਕੇ ਤੁਸੀਂ ਬੈਠਣਾ। ਦ ਲਾਸਟ ਮੇਜਰ ਐਕਸਟੈਂਸ਼ਨ ਆਫ ਬ੍ਰਿਟਿਸ਼ ਇੰਡੀਆ ਟੈਰੀਟਰੀ ਟੁੱਕ ਪਲੇਸ ਡਿਊਰਿੰਗ ਦਾ ਟਾਈਮ ਆਫ, ਜਿਹੜੀ ਜਿਵੇਂ ਤੁਹਾਨੂੰ ਕਿਹਾ ਅਨੈਕਸੇਸ਼ਨ ਦਾ ਟਾਈਮ ਚੱਲ ਰਿਹਾ ਸੀਗਾ, ਅਨੈਕਸੇਸ਼ਨ ਦਾ ਬਹੁਤ ਜ਼ਿਆਦਾ ਟਾਈਮ ਚੱਲ ਰਿਹਾ ਸੀਗਾ, ਮਤਲਬ ਅੱਡ ਟੈਰੀਟਰੀ ਨੂੰ ਨੈਕਸ ਕੀਤਾ ਜਾ ਰਿਹਾ ਸੀ, ਕੈਪਚਰ ਕੀਤਾ ਜਾ ਰਿਹਾ ਸੀ, ਇਨਵੇਡ ਕੀਤਾ ਜਾ ਰਿਹਾ ਸੀਗਾ ਬਾਈ ਦੀ ਬ੍ਰਿਟੇਨ ਗੌਰਮੈਂਟ। ਸੋ ਜਿਹੜੀ ਲਾਸਟ ਟੈਰੀਟਰੀ ਕਿਹੜੀ ਹੈਗੀ ਹੈ ਜਿਹੜੀ ਬ੍ਰਿਟੇਨ ਗੌਰਮੈਂਟ ਦੁਆਰਾ, ਲਾਰਜੈਸਟ ਟੈਰੀਟਰੀ ਦੀ ਜੇ ਆਪਾਂ ਗੱਲ ਕਰੀਏ ਜਿਹੜੀ ਬ੍ਰਿਟੇਨ ਗੌਰਮੈਂਟ ਦੁਆਰਾ ਅਨੈਕਸ ਕੀਤੀ ਗਈ, ਤਾਂ ਆਪਣਾ ਆਨਸਰ ਆ ਜਾਊਗਾ ਕਿਹਦੇ ਦੁਆਰਾ ਅਨੈਕਸ ਕੀਤੀ ਗਈ? ਤਾਂ ਆਪਣਾ ਆਨਸਰ ਆ ਜਾਊਗਾ ਡਫਰਿਨ ਦੁਆਰਾ, ਲਾਰਡ ਡਫਰਿਨ ਦੁਆਰਾ। ਇਹ ਜਿਹੜੇ ਆਪਣੇ ਅਸਾਮ ਦੀ ਜਿਹੜੀ ਟੈਰੀਟਰੀ ਹੈਗੀ ਆ ਉਸ ਚੀਜ਼ ਨੂੰ ਉਹਨੂੰ ਕੈਪਚਰ ਕੀਤਾ ਗਿਆ ਸੀਗਾ, ਸੌਰੀ ਬਰਮਾ ਦੀ ਟੈਰੀਟਰੀ ਨੂੰ, ਜਿਹੜਾ ਹੁਣ ਮਿਆਂਮਾਰ ਹੈਗਾ, ਇੰਡੋ ਬਰਮਾ ਵਾਰ ਹੋਏ ਸੀਗੇ, ਬਰਮਾ ਦੀ ਜਿਹੜੀ ਟੈਰੀਟਰੀ ਨੂੰ ਨੈਕਸ ਕੀਤਾ ਗਿਆ ਸੀਗਾ, ਵਨ ਆਫ ਦੀ ਮੇਜਰ ਟੈਰੀਟਰੀ ਸੀਗੀ ਉਹ ਲਾਰਡ ਡਫਰਿਨ ਨੇ ਨੈਕਸ ਕੀਤੀ ਸੀਗੀ। ਸੋ ਲਾਸਟ ਮੇਜਰ ਟੈਰੀਟਰੀ ਜਿਹੜੀ ਸਭ ਤੋਂ ਮੇਜਰ ਟੈਰੀਟਰੀ ਕਿਹੜੇ ਲਾਰਡ ਦੇ ਦੌਰਾਨ ਅਨੈਕਸ ਕੀਤੀ ਗਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਡਫਰਿਨ ਦੇ ਦੌਰਾਨ। ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਹੂ ਆਫ ਦਾ ਫੋਲੋਇੰਗ ਵਾਜ਼ ਦਾ ਫਸਟ ਵਾਇਸਰਾਏ ਆਫ ਇੰਡੀਆ? ਇਹ ਬਹੁਤ ਹੀ ਕਨਫਿਊਜ਼ਿੰਗ ਕੁਐਸਚਨ ਰਹਿੰਦੇ ਆ। ਵਾਇਸਰਾਏ ਕੌਣ ਹੁੰਦਾ, ਗਵਰਨਰ ਜਨਰਲ ਆਫ ਇੰਡੀਆ ਕੌਣ ਹੁੰਦਾ, ਅਤੇ ਗਵਰਨਰ ਜਨਰਲ ਆਫ ਬੰਗਾਲ ਕੌਣ ਹੁੰਦਾ, ਠੀਕ ਹੈ। ਸੋ ਆਪਾਂ ਇਹਨਾਂ ਨੂੰ ਪੜ੍ਹ ਲੈਂਦੇ ਹਾਂ ਆਪਾਂ ਅੱਜ। ਵਾਇਸਰਾਏ ਆਫ ਇੰਡੀਆ ਹੈਗਾ ਸੀਗੇ, ਫਸਟ ਵਾਇਸਰਾਏ ਆਫ ਇੰਡੀਆ ਸੀਗੇ ਲਾਰਡ ਕੈਨਿੰਗ, ਠੀਕ ਹੈ। ਹੁਣ ਆਪਾਂ ਤੁਹਾਨੂੰ ਮੈਂ ਸੀਕੁਐਂਸ ਵਾਈਜ਼ ਦੱਸਣਾ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ। ਸਭ ਤੋਂ ਪਹਿਲਾਂ ਆਉਂਦਾ ਗਵਰਨਰ ਜਨਰਲ, ਠੀਕ ਹੈ ਜੀ, ਗਵਰਨਰ ਜਨਰਲ ਆਫ ਬੰਗਾਲ, ਠੀਕ ਹੈ, ਇਹ ਕੌਣ ਸੀਗੇ? ਵਾਰਨ ਹੈਸਟਿੰਗ ਸੀਗੇ। ਫਿਰ ਆ ਜਾਂਦਾ ਗਵਰਨਰ ਜਨਰਲ ਆਫ ਇੰਡੀਆ, ਫਿਰ ਆ ਜਾਂਦੇ ਉਹਨਾਂ ਦਾ ਨਾਮ ਹੈ ਵਿਲੀਅਮ ਬੈਂਟਿਕ। ਫਿਰ ਫਸਟ ਵਾਇਸਰਾਏ ਆਫ ਇੰਡੀਆ ਕੌਣ ਹੈਗੇ ਆ? ਲਾਰਡ ਕੈਨਿੰਗ। ਸੋ ਆਪਾਂ ਕਨਫਿਊਜ਼ ਨਹੀਂ ਹੋਣਾ। ਫਸਟ ਗਵਰਨਰ ਜਨਰਲ ਆਫ ਇੰਡੀਪੈਂਡੈਂਟ ਇੰਡੀਆ ਕੌਣ ਹੈਗੇ ਆ? ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਮਾਊਂਟ ਬੈਟਨ, ਠੀਕ ਹੈ। ਫਸਟ ਗਵਰਨਰ ਜਨਰਲ ਆਫ ਇੰਡੀਆ ਇੰਡੀਪੈਂਡੈਂਟ ਇੰਡੀਆ, ਜੇ ਆਪਾਂ ਇੰਡੀਅਨ ਦੀ ਗੱਲ ਕਰੀਏ ਤਾਂ ਫਿਰ ਆ ਜਾਊਗਾ CR ਰਾਜਾ ਗੋਪਾਲਾਚਾਰੀਆ, ਠੀਕ ਹੈ। ਸੋ ਇਸ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਫਸਟ ਵਾਇਸਰਾਏ ਆਫ ਇੰਡੀਆ ਕੌਣ ਸੀਗੇ? ਲਾਰਡ ਕੈਨਿੰਗ, ਠੀਕ ਹੈ। ਹੁਣ ਵਾਇਸਰਾਏ ਅਤੇ ਗਵਰਨਰ ਦੇ ਵਿੱਚ ਕੀ ਫ਼ਰਕ ਹੈਗਾ, ਗਵਰਨਰ ਜਨਰਲ ਦੇ ਵਿੱਚ ਕੀ ਫ਼ਰਕ ਹੈਗਾ? ਵਾਇਸਰਾਏ ਹੁੰਦੇ ਸੀਗੇ ਜਿਹੜੇ ਜਦੋਂ ਕਿੰਗ ਦੇ ਨਾਲ ਡੀਲ ਕਰਦੇ ਹੁੰਦੇ ਸੀ ਤਾਂ ਵਾਇਸਰਾਏ ਹੁੰਦੇ ਸੀਗੇ, ਜਿਵੇਂ ਕਿ ਪ੍ਰਿੰਸਲੀ ਸਟੇਟ ਦੇ ਨਾਲ ਡੀਲ ਕਰਦੇ ਸੀ ਉਦੋਂ ਵਾਇਸਰਾਏ ਹੁੰਦੇ ਸੀਗੇ, ਪਰ ਜਦੋਂ ਇੰਡੀਅਨਸ ਦੀ ਬ੍ਰਿਟਿਸ਼ ਟੈਰੀਟਰੀਜ਼ ਦੇ ਨਾਲ ਡੀਲ ਕਰਦੇ ਸੀ, ਆਪਣੀਆਂ ਟੈਰੀਟਰੀਜ਼ ਦੇ ਨਾਲ ਡੀਲ ਕਰਦੇ ਸੀ, ਉਦੋਂ ਗਵਰਨਰ ਜਨਰਲ ਹੁੰਦੇ ਸੀਗੇ। ਸੋ ਇੱਕੋ ਹੀ ਬੰਦਾ ਹੁੰਦਾ ਸੀਗਾ ਪਰ ਉਹਨਾਂ ਦੇ ਨਾਮ ਅੱਡ ਅੱਡ ਰੱਖ ਦਿੱਤੇ ਗਏ ਸੀਗੇ, ਠੀਕ ਹੈ। ਵਿਚ ਗਵਰਨਰ ਜਨਰਲ ਹੈਡ ਅਬੋਲਿਸ਼ ਸਲੇਵਰੀ ਇਨ ਇੰਡੀਆ? ਕਿਹੜੇ ਗਵਰਨਰ ਜਨਰਲ ਨੇ ਸਲੇਵਰੀ ਨੂੰ ਅਬੋਲਿਸ਼ ਕੀਤਾ? ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਐਲਨ ਬੋਰੋ ਨੇ। ਬਹੁਤ ਹੀ ਇੰਪੋਰਟੈਂਟ ਹੈਗਾ, ਜਿੰਨੇ ਵੀ ਆਪਾਂ ਕੁਐਸਚਨ ਪੜ੍ਹ ਰਹੇ ਹਾਂ ਹੁਣ ਆਪਾਂ ਲਾਰਡਸ ਦੇ ਰਿਗਾਰਡਿੰਗ ਪੜ੍ਹ ਰਹੇ ਹਾਂ, ਜਿਹੜੇ ਵੀ ਆਪਣੇ ਗਵਰਨਰ ਜਨਰਲ ਆਏ ਉਹਨਾਂ ਬਾਰੇ ਪੜ੍ਹ ਰਹੇ ਹਾਂ। ਸੋ ਲਾਰਡ ਐਲਨ ਬੋਰੋ ਨੇ ਸਲੇਵਰੀ ਨੂੰ ਅਬੋਲਿਸ਼ ਕੀਤਾ। ਜੇ ਆਪਾਂ ਸਤੀ ਦੀ ਗੱਲ ਕਰੀਏ ਤਾਂ ਸਤੀ ਨੂੰ ਅਬੋਲਿਸ਼ ਕੀਤਾ ਲਾਰਡ ਵਿਲੀਅਮ ਬੈਂਟਿਕ ਨੇ। ਸੋ ਵਨ ਆਫ ਦੀ ਮੋਸਟ ਬੈਨੋਵਲੈਂਟ ਗਵਰਨਰ ਕਿਹਾ ਜਾਂਦਾ ਵਿਲੀਅਮ ਬੈਂਟਿਕ ਅਤੇ ਲਾਰਡ ਰਿਪਨ ਨੂੰ, ਕਿਉਂਕਿ ਇਹਨਾਂ ਦਾ ਬਹੁਤ ਜ਼ਿਆਦਾ ਪੋਜ਼ੀਟਿਵ ਕਰੈਕਟਰ ਸੀਗਾ ਇੰਡੀਅਨ ਦੇ ਟੂਵਰਡਸ। ਜਿਵੇਂ ਕਿ ਇਹਨਾਂ ਨੇ ਸਤੀ ਨੂੰ ਬੈਨ ਕੀਤਾ ਸੀਗਾ ਰਾਜਾ ਰਾਮ ਮੋਹਨ ਰਾਏ ਦੇ ਕਹਿਣ 'ਤੇ, ਤਾਂ ਉੱਦਾਂ ਹੀ ਸਲੇਵਰੀ ਨੂੰ ਬੈਨ ਕੀਤਾ ਗਿਆ ਲਾਰਡ ਐਲਨ ਬੋਰੋ ਦੁਆਰਾ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ ਅਤੇ ਆਪਾਂ ਆਪਣਾ ਜਿਹੜਾ ਲੈਕਚਰ ਹੈਗਾ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਬਾਕੀ ਦਾ ਲੈਕਚਰ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਡੋਂਟ ਵਰੀ, ਤੁਹਾਡੀ ਸਾਰੀ ਦੀ ਸਾਰੀ ਐਗਜ਼ਾਮ ਤੋਂ ਪਹਿਲਾਂ ਸਾਰੀ ਦੀ ਸਾਰੀ ਹਿਸਟਰੀ ਆਪਾਂ ਕੰਪਲੀਟ ਕਰਵਾ ਦਾਂਗੇ। ਜਿਹੜੇ ਆਪਾਂ 500 ਤੋਂ ਵੱਧ ਕੁਐਸਚਨ ਹੀ ਕਰਵਾਵਾਂਗੇ, ਭਾਵੇਂ ਆਪਣੀ ਸੀਰੀਜ਼ 500 ਕੁਐਸਚਨ ਦੀ ਹੈਗੀ ਹੈ, ਆਪਾਂ ਤੁਹਾਨੂੰ 500 ਤੋਂ ਵੱਧ ਕੁਐਸਚਨ ਹੀ ਕਰਾਵਾਂਗੇ। ਨੋ ਡਾਊਟ ਮੈਂ ਤੁਹਾਨੂੰ ਬੋਲ ਕੇ ਸਿਰਫ ਦੱਸ ਸਕਦਾ ਵਿਚ ਗਵਰਨਰ ਜਨਰਲ ਹੈਡ ਅਬੋਲਿਸ਼ ਸਲੇਵਰੀ ਇਨ, ਤਾਂ ਲਾਰਡ ਐਲਨ ਬੋਰੋ, ਇਹਦਾ ਕੋਈ ਮਤਲਬ ਨਹੀਂ ਹੋਊਗਾ। ਤੁਹਾਨੂੰ ਚੀਜ਼ਾਂ ਯਾਦ ਰਹਿਣੀਆਂ ਚਾਹੀਦੀਆਂ। ਮੇਰਾ ਮੋਟਿਵ ਇਹ ਹੈਗਾ, ਆਪਣਾ ਮੈਕਸੀਮਮ ਕੰਟੈਂਟ ਕਰਨ ਦਾ ਮੋਟਿਵ ਨਹੀਂ ਗਾ, ਆਪਣਾ ਮੈਕਸੀਮਮ ਕੁਆਲਿਟੀ ਕੰਟੈਂਟ ਕਰਨ ਦਾ ਮੋਟਿਵ ਹੈਗਾ। ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਆਪਾਂ ਸਮਝਾ ਕੇ, ਮਤਲਬ ਬਰੀਫ ਵੀ ਦੇ ਕੇ, ਉਹਦੀ ਥੋੜ੍ਹੀ ਜਿਹੀ ਡੈਪਥ ਵੀ ਸਮਝਾ ਕੇ ਆਪਾਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ। ਇੱਕ ਤਰ੍ਹਾਂ ਦੀ ਤੁਹਾਨੂੰ ਫ੍ਰੀ ਦੇ ਵਿੱਚ ਲੈਕਚਰਸ ਪ੍ਰੋਵਾਈਡ ਕਰ ਰਹੇ ਹਾਂ। ਸਾਡੀ ਕੋਸਟ ਇੰਨੀ ਕੁ ਹੈ, ਬਸ ਤੁਸੀਂ ਆਪਣੇ ਰਿਵਿਊਜ਼ ਦਿੰਦੇ ਰਹੋ। ਮੈਨੂੰ ਇੰਸਟਾਗ੍ਰਾਮ 'ਤੇ ਦੇ ਸਕਦੇ ਹੋ, ਬਾਕੀ ਸਰ ਨੂੰ ਮੈਸੇਜ ਕਰ ਸਕਦੇ ਹੋ, ਜਿਵੇਂ ਵੀ ਤੁਹਾਨੂੰ ਕਨਵੀਨੀਐਂਟ ਲੱਗੇ। ਸੋ ਥੈਂਕ ਯੂ ਸੋ ਮਚ।